ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਵਿੱਚੋਂ ਅੱਜ ਅਸੀਂ 6ਵੀਂ ਕਲਾਸ ਦਾ ਚੈਪਟਰ ਨੰਬਰ 15 ਤਿੰਨ ਇਨਕਲਾਬੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਚੈਪਟਰ ਪੜ੍ਹਾਂਗੇ ਬੇਟਾ। ਇਸ ਚੈਪਟਰ ਦੇ ਲੇਖਕ ਹਨ ਸ਼੍ਰੀ ਲਖਵਿੰਦਰ ਸਿੰਘ ਰਈਆ ਜੀ। ਇਹ ਰਈਆ ਜੀ ਨੇ ਜਿਹੜਾ ਚੈਪਟਰ ਲਿਖਿਆ ਬੇਟਾ, ਇਹਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਬਾਰੇ ਜਿਹੜੀ ਜਾਣਕਾਰੀ ਸਾਨੂੰ ਪ੍ਰਦਾਨ ਕੀਤੀ ਆ। ਸੋ ਆਓ ਇਸ ਚੈਪਟਰ ਸੰਬੰਧੀ ਥੋੜ੍ਹੀ ਜਾਣਕਾਰੀ ਆਪਾਂ ਤੁਹਾਨੂੰ ਆਪਣੇ ਸ਼ਬਦਾਂ ਵਿੱਚ ਪ੍ਰਦਾਨ ਕਰਦੇ ਹਾਂ ਕਿ ਸਰਦਾਰ ਭਗਤ ਸਿੰਘ ਦਾ ਜਨਮ ਮਾਤਾ ਵਿਦਿਆਵਤੀ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਉੱਥੇ ਹੋਇਆ। ਸੁਖਦੇਵ ਦਾ ਜਨਮ ਮਾਤਾ ਰਲੀ ਦੇਵੀ ਅਤੇ ਪਿਤਾ ਲਾਲਾ ਰਾਮ ਲਾਲ ਥਾਪਰ ਦੇ ਘਰ ਲੁਧਿਆਣਾ ਵਿਖੇ ਹੋਇਆ। ਰਾਜਗੁਰੂ ਦਾ ਜਨਮ ਮਾਤਾ ਪਾਰਵਤੀ ਬਾਈ ਪਿਤਾ ਸ਼੍ਰੀ ਨਰੈਣ ਹਰੀ ਰਾਜਗੁਰੂ ਦੇ ਘਰ ਪਿੰਡ ਖੇਡਾ ਜ਼ਿਲ੍ਹਾ ਪੂਨਾ ਮਹਾਰਾਸ਼ਟਰ ਵਿੱਚ ਹੋਇਆ। ਰਾਜਗੁਰੂ ਦਾ ਪੂਰਾ ਨਾਂ ਸ਼ਿਵ ਰਾਮ ਹਰੀ ਰਾਜਗੁਰੂ ਸੀ। ਸੋ ਬੇਟਾ ਜੇ ਅਸੀਂ ਗੱਲ ਕਰੀਏ ਸੁਖਦੇਵ ਦੀ ਅਤੇ ਭਗਤ ਸਿੰਘ ਦੀ, ਇਹਨਾਂ ਦਾ ਜਿਹੜਾ ਬਚਪਨ ਦੇ ਵਿੱਚ ਇਹਨਾਂ ਦੀ ਦੋਸਤੀ ਕਿਵੇਂ ਹੁੰਦੀ ਆ। ਸੁਖਦੇਵ ਦੇ ਪਿਤਾ ਲਾਲਾ ਰਾਮ ਥਾਪਰ ਲਾਇਲਪੁਰ ਵਿੱਚ ਆੜਤ ਦੀ ਦੁਕਾਨ ਕਰਦੇ ਸੀ। ਸੁਖਦੇਵ ਅਜੇ 3 ਸਾਲ ਦੇ ਸੀ ਜਦੋਂ ਇਹਨਾਂ ਦੇ ਪਿਤਾ ਜੀ ਦੇ ਦੇਹਾਂਤ ਹੋ ਜਾਂਦਾ। ਇਹਨਾਂ ਦੇ ਸਿਰ ਤੋਂ ਇਹਨਾਂ ਦੇ ਪਿਤਾ ਜੀ ਦਾ ਸਾਇਆ ਉੱਠ ਜਾਂਦਾ ਅਤੇ ਉਸ ਤੋਂ ਬਾਅਦ ਬੇਟਾ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਇਹਨਾਂ ਦੇ ਤਾਇਆ ਲਾਲਾ ਚਿੰਤ ਰਾਮ ਜੀ ਨੇ ਕੀਤਾ। ਸੋ ਉਹਨਾਂ ਦਿਨਾਂ ਦੇ ਵਿੱਚ ਬੇਟਾ ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੇ ਪਗੜੀ ਸੰਭਾਲ ਜਿਹੜੀ ਲਹਿਰ ਚਲਾਈ ਹੋਈ ਸੀ। ਉਹਨਾਂ ਦਿਨਾਂ ਦੀ ਗੱਲ ਹੈ। ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਜੀ ਨੇ ਇੱਕ ਲਹਿਰ ਚਲਾਈ ਹੋਈ ਸੀ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ, ਪਗੜੀ ਸੰਭਾਲ ਲਹਿਰ। ਸੋ ਬੇਟਾ ਫਿਰ ਇਸ ਲਹਿਰ ਦਾ ਜਿਹੜਾ ਮੁੱਖ ਟਿਕਾਣਾ ਹੁੰਦਾ ਸੀ ਜਾਂ ਇਸ ਲਹਿਰ ਬਾਰੇ ਜਿਹੜੀ ਗੱਲਬਾਤ ਕਰਨੀ ਹੁੰਦੀ ਸੀ, ਸੋ ਉਹ ਗੱਲਬਾਤ ਬੇਟਾ ਇਸ ਦੁਕਾਨ 'ਤੇ ਹੁੰਦੀ ਆ, ਆੜਤ ਦੀ ਦੁਕਾਨ 'ਤੇ, ਚਿੰਤ ਰਾਮ ਜੀ ਦੀ ਦੁਕਾਨ 'ਤੇ। ਅਤੇ ਫਿਰ ਭਗਤ ਸਿੰਘ ਆਪਣੇ ਦਾਦਾ ਜੀ ਨਾਲ ਸਰਦਾਰ ਅਰਜਨ ਸਿੰਘ ਸੀਗਾ ਉਹਨਾਂ ਦਾ ਨਾਮ, ਇੱਥੇ ਆਉਂਦੇ ਇਹਨਾਂ ਕੋਲ ਆਇਆ ਕਰਦੇ ਸੀ। ਕਿੱਥੇ? ਚਿੰਤ ਰਾਮ ਜੀ ਦੀ ਦੁਕਾਨ 'ਤੇ। ਸੋ ਬੇਟਾ ਫਿਰ ਜਿਹੜੀ ਇਹ ਦੁਕਾਨ ਆ ਇਹ ਇਹਨਾਂ ਦੇ ਮਿਲਣ ਦਾ ਜਿਹੜਾ ਟਿਕਾਣਾ ਬਣਦੀ ਆ। ਸੋ ਇਹ ਟਿਕਾਣੇ ਦੇ ਉੱਪਰ ਇਹ ਮਿਲਦੇ ਨੇ ਇੱਕ ਦੂਸਰੇ ਨੂੰ, ਇਹ ਮਿਲਦੇ ਨੇ ਅਤੇ ਅੱਗੇ ਇਹਨਾਂ ਦੇ ਜਿਹੜੇ ਵਿਚਾਰ ਨੇ ਇੱਕ ਦੂਜੇ ਨਾਲ ਦੋਸਤੀ ਮਿੱਤਰਤਾ ਵੱਧਦੀ ਜਾਂਦੀ ਆ। ਅਤੇ ਇਹ ਗੁੜਤੀ ਦੇ ਵਿੱਚ ਸਿੱਖਿਆ ਲੈਂਦੇ ਨੇ ਆਪਣੇ ਵੱਡ ਵਡੇਰਿਆਂ ਤੋਂ। ਜਿਵੇਂ ਕਿ ਇਹ ਸ਼ਹੀਦ ਭਗਤ ਸਿੰਘ ਜੀ ਨੇ ਜਿਹੜੇ ਇਹਨਾਂ ਦੇ ਚਾਚਾ ਜੀ, ਇਹਨਾਂ ਦੇ ਪ੍ਰੇਰਨਾ ਸਰੋਤ ਬਣਦੇ ਨੇ। ਲਾਲਾ ਚਿੰਤ ਰਾਮ ਜੀ ਨੇ ਜਿਹੜੇ ਉਹ ਅੱਗੇ ਜਿਹੜੇ ਆਪਣੇ ਰਾਜਗੁਰੂ ਜੀ ਨੇ, ਇਹਨਾਂ ਦੀ ਪ੍ਰੇਰਨਾ ਸਰੋਤ ਨੇ। ਸੁਖਦੇਵ ਜੀ ਨੇ ਬੇਟਾ ਉਹ ਭਗਤ ਸਿੰਘ ਜੀ ਨਾਲ ਜਿਹੜੇ ਇਹਨਾਂ ਦੇ ਵਿਚਾਰਾਂ ਨੇ ਉਹਨਾਂ ਨੂੰ ਕਿਵੇਂ ਉਹਨਾਂ ਦਾ ਆਦਾਨ ਪ੍ਰਦਾਨ ਕਰਦੇ ਨੇ ਅਤੇ ਅੱਗੇ ਫਿਰ ਉਹ ਇੱਕ ਆਪਣੀ ਇਨਕਲਾਬੀ ਪਾਰਟੀ ਸਥਾਪਿਤ ਕਰਦੇ ਨੇ ਅੱਗੇ ਜਾ ਕੇ ਬੇਟਾ। ਜਦੋਂ ਉਹ ਬਚਪਨ ਦੀ ਦਹਲੀਜ਼ ਤੋਂ ਵੱਡੇ ਹੁੰਦੇ ਨੇ ਅਤੇ ਫਿਰ ਬੇਟਾ ਉਹ ਇੱਕ ਜਿਹੜੀ ਪਾਰਟੀ ਬਣਾਉਂਦੇ ਨੇ ਉਸ ਦਾ ਨਾਮ ਹੁੰਦਾ ਹੈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਜਾਂ ਆਰਮੀ ਕਹਿ ਲਓ। ਉਹਦਾ ਜੇ ਅਸੀਂ ਫਿਰ ਤੋਂ ਉਹਦਾ ਸ਼ਾਰਟ ਨੇਮ ਲਈਏ HSRA, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ। ਸੋ ਬੇਟਾ ਇਸ ਤਰ੍ਹਾਂ ਇਹ ਜਿਹੜੇ ਸਾਡੇ 3 ਨੌਜਵਾਨ ਯੋਧੇ ਨੇ ਇਕੱਠੇ ਕਿੰਨੇ ਹੁੰਦੇ ਨੇ। ਜਿਵੇਂ ਅਸੀਂ ਪਹਿਲਾਂ ਭਗਤ ਸਿੰਘ ਅਤੇ ਸੁਖਦੇਵ ਤਾਂ ਇਕੱਠੇ ਹੁੰਦਾ ਹੀ ਨੇ, ਰਾਜਗੁਰੂ ਬੇਟਾ ਇਹਨਾਂ ਦੇ ਨਾਲ ਫਿਰ ਜਦੋਂ ਇਸ ਮੁਹਿੰਮ ਦੇ ਵਿੱਚ, ਇਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ, ਉਹ ਵੀ ਇਹਨਾਂ ਦੇ ਨਾਲ ਤਿੱਕੜੀ ਆ ਜਿਹੜੀ ਬੇਟਾ ਉਹ ਇਕੱਠੀ ਹੋ ਜਾਂਦੀ ਆ। ਇਹਨਾਂ ਦਿਨਾਂ ਦੇ ਵਿੱਚ ਬੇਟਾ ਲਾਲਾ ਲਾਜਪਤ ਰਾਏ ਜੀ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ, ਗੋ ਬੈਕ ਵਾਲਾ ਜਿਹੜਾ ਪ੍ਰੋਟੈਸਟ ਕਰ ਰਹੇ ਸੀ, ਤਾਂ ਉਸ ਟਾਈਮ ਬੇਟਾ SSP ਸਕਾਟ ਨੇ ਹੁਕਮ ਦਿੱਤਾ ਕਿ ਜਿਹੜਾ ਇਹ ਜਲਸਾ ਹੈ ਅਤੇ ਲਾਠੀ ਚਾਰਜ ਕਰ ਦਿਓ। ਉਸ ਲਾਠੀ ਚਾਰਜ ਦੇ ਵਿੱਚ ਬੇਟਾ ਜਿਹੜੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਜਾਂਦੀ ਆ। ਅਤੇ ਫਿਰ ਇਹ ਤਿੰਨੋਂ ਇਨਕਲਾਬੀ ਸੋਚਦੇ ਨੇ ਕਿ ਕਿਵੇਂ ਅਸੀਂ ਇਹਨਾਂ ਦੀ ਮੌਤ ਦਾ ਬਦਲਾ ਲਈਏ। ਤਾਂ ਉਹ ਪਲਾਨ ਕਰਦੇ ਨੇ ਬੇਟਾ ਮਿਸਟਰ ਸਕਾਟ ਨੂੰ ਮਾਰਨ ਦੀ। ਅਤੇ ਉਹਦੀ ਥਾਂ 'ਤੇ ਬੇਟਾ ਜਿਸ ਦਿਨ ਉਹ ਪਲਾਨ ਕਰਕੇ ਬੈਠੇ ਨੇ ਕਿ ਅੱਜ ਉਹਨੂੰ ਮਾਰਾਂਗੇ, ਉਸ ਦੀ ਥਾਂ DSP ਸਾਂਡਰਸ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਜਾਂਦਾ ਅਤੇ ਇਹ ਗੋਲੀਆਂ ਨਾਲ ਉਸ ਨੂੰ ਉਡਾ ਦਿੰਦੇ ਨੇ। ਅਤੇ ਬੇਟਾ ਲਾਠੀ ਚਾਰਜ ਕਰਵਾਉਣ ਦਾ ਉਹ ਵੀ ਮੁੱਖ ਦੋਸ਼ੀ ਸੀ। ਸੋ ਬੇਟਾ ਇਸ ਤਰ੍ਹਾਂ ਇਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਕ੍ਰਾਂਤੀਕਾਰੀ
ਖੂਨ ਇਹਨਾਂ ਦਾ ਖੌਲਦਾ ਤਾਂ ਫਿਰ ਇਹ ਕਦੇ ਪਿੱਛੇ ਮੁੜ ਕੇ ਨਹੀਂ ਵੇਖਦੇ, ਇਹ ਸਿੱਧੀ ਅੰਗਰੇਜ਼ ਸਰਕਾਰ ਨਾਲ ਟੱਕਰ ਲੈਂਦੇ ਨੇ। ਸੋ ਬੇਟਾ ਇਸੇ ਤਰ੍ਹਾਂ ਜਿਹੜਾ ਸਿਲਸਿਲਾ ਚੱਲਦਾ ਰਹਿੰਦਾ ਇਹਨਾਂ ਦਾ, ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਸੀਗਾ ਉਹ ਚੱਲਦਾ ਰਹਿੰਦਾ। ਅਤੇ ਫਿਰ ਇਹ ਯੋਧੇ ਆਖਰ ਦੇ ਵਿੱਚ ਬੇਟਾ ਗ੍ਰਿਫਤਾਰ ਵੀ ਹੋ ਜਾਂਦੇ ਨੇ। ਉਸ ਟਾਈਮ ਬੇਟਾ ਜਦੋਂ ਇਹਨਾਂ ਦੀ ਅੰਗਰੇਜ਼ ਗੌਰਮੈਂਟ ਇਹਨਾਂ ਨੂੰ ਫੜ ਲੈਂਦੀ ਆ ਤਾਂ ਫਿਰ ਇਹਨਾਂ ਨੂੰ ਫੜ ਕੇ ਬੇਟਾ ਇਹਨਾਂ ਦੇ ਸਿੱਧਾ ਹੀ ਤੁਸੀਂ ਇਹ ਲਾ ਲਓ ਕਿ ਅੰਗਰੇਜ਼ ਅਫਸਰ ਨੂੰ ਮਾਰਿਆ ਸੀ, ਫਾਂਸੀ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੁੰਦੀ ਆ। ਅਤੇ ਜਦੋਂ ਇਹ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਬੇਟਾ, ਉੱਥੇ ਭਗਤ ਸਿੰਘ ਜੀ ਅਤੇ ਇਹਨਾਂ ਦੇ ਨਾਲ ਦੂਸਰੇ ਸਾਥੀ ਇਹ ਕਹਿੰਦੇ ਜੀ ਸਾਨੂੰ ਕੋਈ ਤੁਸੀਂ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਨਾ ਜੰਗੀ ਕੈਦੀ ਬਣਾਏ ਜਾਂਦੇ ਸੀ, ਵੀ ਜੰਗੀ ਕੈਦੀ ਨਹੀਂ, ਸਾਨੂੰ ਤਾਂ ਤੁਸੀਂ ਕ੍ਰਾਂਤੀਕਾਰੀ ਸਮਝ ਕੇ ਗੋਲੀਆਂ ਨਾਲ ਉਡਾ ਦਿਓ। ਕਹਿੰਦੇ ਸਾਨੂੰ ਕੋਈ ਤੁਹਾਡੀ ਮਤਲਬ ਇਸ ਸਜ਼ਾ ਦਾ ਅਸੀਂ ਕੋਈ ਵਿਰੋਧ ਨਹੀਂ ਕਰਾਂਗੇ। ਅਤੇ ਜਿਹੜੀ ਅੰਗਰੇਜ਼ ਹਕੂਮਤ ਆ ਬੇਟਾ, ਇਹਨਾਂ ਨੇ 23 ਮਾਰਚ 1931 ਨੂੰ ਹੀ ਇਹਨਾਂ ਨੂੰ ਫਾਂਸੀ ਦੇ ਉੱਪਰ ਜਿਹੜਾ ਸ਼ਹੀਦ ਕਰ ਦਿੰਦੇ ਨੇ ਇਹਨਾਂ ਨੂੰ। ਅਤੇ ਇਹਨਾਂ ਦਾ ਮਤਲਬ ਡੇਟ ਹੋਰ ਹੁੰਦੀ ਹੈ ਇੱਕ ਦਿਨ ਪਹਿਲਾਂ ਹੀ, ਜੇ ਇਹਨਾਂ ਨੂੰ ਮੰਨ ਲਓ ਕਿ 24 ਨੂੰ ਫਾਂਸੀ ਦੇਣੀ ਆ ਤਾਂ ਇੱਕ ਰਾਤ ਪਹਿਲਾਂ ਹੀ ਇਹਨਾਂ ਨੂੰ 23 ਮਾਰਚ 1931 ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਇਹ ਮਤਲਬ ਸਜ਼ਾ ਜ਼ਾਬਤਾ ਕੈਦੀਆਂ ਦੇ ਤੌਰ 'ਤੇ ਰਹੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ। ਅਤੇ ਬੇਟਾ ਫਾਂਸੀ ਤੋਂ ਕੁਝ ਦਿਨ ਪਹਿਲਾਂ ਭਗਤ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਜਦੋਂ ਹਿੰਦੁਸਤਾਨੀ ਲੁੱਟ ਖਸੁੱਟ, ਬੇਇਨਸਾਫੀ, ਜਾਤ ਪਾਤ, ਨਾ ਬਰਾਬਰੀ, ਅੰਧ ਵਿਸ਼ਵਾਸ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਹੋ ਕੇ ਆਜ਼ਾਦੀ ਦਾ ਆਨੰਦ ਮਾਣਨ ਲੱਗ ਪੈਣਗੇ ਤਾਂ ਕਹਿੰਦਾ ਅਸੀਂ ਸਮਝਾਂਗੇ ਕਿ ਸਾਡੀ ਛੋਟੀ ਜਿਹੀ ਜ਼ਿੰਦਗੀ ਦਾ ਮੁੱਲ ਪੈ ਗਿਆ ਅਤੇ ਉਹਨਾਂ ਦੇ ਜਿਹੜੇ ਸੋਚੇ ਹੋਏ ਸੁਪਨੇ ਸੀ ਉਹ ਸਾਕਾਰ ਹੋ ਗਏ। ਇਸ ਤਰ੍ਹਾਂ ਇਹ ਤਿੰਨੋਂ ਸੂਰਵੀਰ ਛੋਟੀਆਂ ਉਮਰਾਂ ਵਿੱਚ ਬੇਟਾ ਵੱਡਾ ਕੰਮ ਕਰ ਗਏ। ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਾਉਣਾ ਚਾਹੀਦਾ ਅਤੇ ਉਹਨਾਂ ਨੂੰ ਜੋ ਵੀ ਸਾਡੇ ਇਹ ਸੂਰਵੀਰ ਸੁਪਨੇ ਲੈ ਕੇ ਇਸ ਸੰਸਾਰ 'ਚੋਂ ਗਏ ਨੇ ਉਹਨਾਂ ਨੂੰ ਪੂਰੇ ਕਰਨਾ ਚਾਹੀਦਾ। ਸੋ ਇਹ ਸੀ ਬੇਟਾ ਇਸ ਚੈਪਟਰ ਦੀ ਛੋਟੀ ਜਿਹੀ ਇੰਟਰੋਡਕਸ਼ਨ। ਆਓ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ 'ਤੇ ਵਿਚਾਰ ਕਰਦੇ ਹਾਂ। ਪ੍ਰਸ਼ਨ ਨੰਬਰ ਊੜਾ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਇਹਨਾਂ ਦੇ ਮਾਤਾ ਪਿਤਾ ਦਾ ਨਾਂ ਕੀ ਸੀ? ਉੱਤਰ ਹੈ ਭਗਤ ਸਿੰਘ ਦਾ ਜਨਮ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੇ ਘਰ 1907 ਵਿੱਚ ਲਾਇਲਪੁਰ ਵਿਖੇ ਹੋਇਆ। ਇਹ ਪਾਕਿਸਤਾਨ 'ਚ ਆ ਬੇਟਾ ਸਥਾਨ। ਸੁਖਦੇਵ ਦਾ ਜਨਮ ਪਿਤਾ ਲਾਲਾ ਰਾਮ ਅਤੇ ਮਾਤਾ ਰਲੀ ਦੇਵੀ ਦੇ ਘਰ 1907 ਵਿੱਚ ਲੁਧਿਆਣਾ ਵਿਖੇ ਹੋਇਆ। ਰਾਜਗੁਰੂ ਦਾ ਜਨਮ ਪਿਤਾ ਨਰੈਣ ਹਰੀ ਅਤੇ ਮਾਤਾ ਪਰਬਤੀ ਬਾਈ ਦੇ ਘਰ 1908 ਈਸਵੀ ਵਿੱਚ ਪੂਨਾ ਵਿਖੇ ਹੋਇਆ। ਇਹ ਸੀ ਬੇਟਾ ਇੰਟਰੋਡਕਸ਼ਨ। ਤਿੰਨੋਂ ਜਿਹੜੇ ਸਾਡੇ ਦੇਸ਼ ਭਗਤ ਨੇ ਉਹਨਾਂ ਦੇ ਜਨਮ ਬਾਰੇ ਜਾਣਕਾਰੀ। ਪਹਿਲੀ ਫੋਟੋ ਦੇ ਵਿੱਚ ਕੇਸਰੀ ਰੰਗ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਜਿਹੜਾ ਸਰੂਪ ਆ। ਅਤੇ ਅੱਗੇ ਅਸੀਂ ਪੜ੍ਹਦੇ ਹਾਂ ਪ੍ਰਸ਼ਨ ਨੰਬਰ ਐੜਾ, ਭਗਤ ਸਿੰਘ ਅਤੇ ਸੁਖਦੇਵ ਬਚਪਨ ਵਿੱਚ ਕਿਵੇਂ ਦੋਸਤ ਬਣ ਗਏ? ਭਗਤ ਸਿੰਘ ਦੇ ਦਾਦਾ ਸਰਦਾਰ ਅਰਜਨ ਸਿੰਘ ਅਤੇ ਸੁਖਦੇਵ ਦੇ ਤਾਏ ਚਿੰਤਰਾਮ ਦੀ ਪੁਰਾਣੀ ਸਾਂਝ ਸਦਕਾ ਭਗਤ ਅਤੇ ਸੁਖਦੇਵ ਬਚਪਨ ਵਿੱਚ ਇਹਨਾਂ ਦੀ ਦੋਸਤੀ ਹੁੰਦੀ ਹੈ ਅਤੇ ਦੋਸਤ ਬਣ ਗਏ। ਹੁਣ ਬੇਟਾ ਆਪਾਂ ਉੱਪਰ ਗੱਲ ਵੀ ਕੀਤੀ ਆ ਕਿ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਤਾਇਆ ਜੀ ਜਿਹੜੇ ਸੀਗੇ ਸੁਖਦੇਵ ਸਿੰਘ ਦੇ ਚਿੰਤਰਾਮ, ਉਹਨਾਂ ਦੀ ਦੁਕਾਨ ਸੀ ਕ੍ਰਾਂਤੀਕਾਰੀਆਂ ਦਾ ਟਿਕਾਣਾ। ਉੱਥੇ ਬੇਟੇ ਇਹ ਅਰਜਨ ਸਿੰਘ ਜੀ ਜਿਹੜੀ ਪਗੜੀ ਸੰਭਾਲ ਲਹਿਰ ਚਲਾਈ ਸੀ ਇਹਦੇ ਸੰਬੰਧ ਵਿੱਚ ਮੀਟਿੰਗਾਂ ਕਰਦੇ ਅਤੇ ਪਲੈਨਿੰਗ ਕਰਦੇ ਕਿ ਕਿਵੇਂ ਹੁਣ ਅੰਗਰੇਜ਼ ਸਰਕਾਰ ਦੇ ਅਸੀਂ ਖਿਲਾਫ ਅਗਲੀ ਮੁਹਿੰਮ ਵਿੱਢਣੀ ਆ। ਇਹ ਬੇਟਾ ਫੋਟੋ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਰਾਜਗੁਰੂ ਜੀ ਦੀ ਫੋਟੋ ਤੁਸੀਂ 2 ਨੰਬਰ 'ਤੇ ਜਿਹੜੀ ਦੇਖ ਰਹੇ ਹੋ। ਪ੍ਰਸ਼ਨ ਨੰਬਰ ਈੜੀ, ਪ੍ਰਸ਼ਨ ਈੜੀ, ਤਿੰਨਾਂ ਇਨਕਲਾਬੀ ਸ਼ਹੀਦਾਂ ਨੇ ਪਹਿਲਾਂ ਕਿਸ ਅੰਗਰੇਜ਼ ਅਫਸਰ ਨੂੰ ਕਿਉਂ ਮਾਰਿਆ? ਤਿੰਨਾਂ ਇਨਕਲਾਬੀ ਸ਼ਹੀਦਾਂ ਨੇ ਪਹਿਲਾਂ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਿਆ ਕਿਉਂਕਿ ਉਹ ਲਾਲਾ ਲਾਜਪਤ ਰਾਏ ਉੱਤੇ ਲਾਠੀ ਚਾਰਜ ਕਰਾਉਣ ਦਾ ਦੋਸ਼ੀ ਸੀ। ਇਹਨਾਂ ਨੂੰ ਜਦੋਂ ਗੋਲੀਆਂ ਮਾਰ ਦਿੱਤੀਆਂ ਕਿਉਂਕਿ ਉਹਨਾਂ ਨੇ ਲਾਲਾ ਲਾਜਪਤ ਰਾਏ ਨੂੰ, ਜਿਨ੍ਹਾਂ ਨੇ ਪਗੜੀ ਸੰਭਾਲ ਲਹਿਰ ਚਲਾਈ ਹੋਈ ਸੀ, ਉਹਨਾਂ ਨੂੰ ਲਾਠੀ ਚਾਰਜ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ। ਪ੍ਰਸ਼ਨ ਨੰਬਰ ਸੱਸਾ, ਤਿੰਨਾਂ ਇਨਕਲਾਬੀਆਂ ਨੇ ਆਜ਼ਾਦੀ ਦੀ ਲੜਾਈ ਲੜਨ ਲਈ ਕਿਹੜੀ ਸੰਸਥਾ ਬਣਾਈ ਸੀ?
ਸੰਸਥਾ ਕੀ ਸੀ ਬੇਟਾ? ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ। ਇਹ ਬੇਟਾ ਜਿਹੜੀ ਅਸੀਂ ਇਹ ਕਹਿ ਲਈਏ ਕਿ ਇੱਕ ਸੰਸਥਾ ਸੀ ਜਿਹਦੇ ਤਹਿਤ ਇਹ ਤਿੰਨੋਂ ਨੌਜਵਾਨ ਇਕੱਠੇ ਹੁੰਦੇ ਅਤੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਨ ਲਈ ਆਪਣੀ ਪਲੈਨਿੰਗ ਕਰਦੇ ਨੇ। ਪ੍ਰਸ਼ਨ ਹਾਹਾ, ਇਹ ਇਨਕਲਾਬੀ ਯੋਧੇ ਆਪਣੇ ਆਪ ਨੂੰ ਕਿਹੜੇ ਕੈਦੀ ਦੱਸਦੇ ਸਨ? ਉਹਨਾਂ ਨੇ ਮੌਕੇ ਦੇ ਗਵਰਨਰ ਨੂੰ ਕੀ ਲਿਖਿਆ ਸੀ? ਇਹ ਇਨਕਲਾਬੀ ਯੋਧੇ ਆਪਣੇ ਆਪ ਨੂੰ ਜੰਗੀ ਕੈਦੀ ਦੱਸਦੇ ਹਨ। ਉਹਨਾਂ ਮੌਕੇ ਦੇ ਗਵਰਨਰ ਨੂੰ ਲਿਖਿਆ ਸੀ ਕਿ ਉਹ ਉਹਨਾਂ ਨੂੰ ਜੰਗੀ ਕੈਦੀ ਮੰਨ ਕੇ ਫਾਂਸੀ ਨਾ ਦੇਣ, ਸਗੋਂ ਗੋਲੀਆਂ ਨਾਲ ਉਡਾ ਦੇਣ। ਜੰਗੀ ਕੈਦੀ ਬੇਟਾ ਜਿਹੜੇ ਕਿਸੇ ਜੰਗ ਦੇ ਦੌਰਾਨ ਫੜੇ ਜਾਂਦੇ ਨੇ, ਇਹ ਕਹਿੰਦੇ ਸਾਨੂੰ ਉਹ ਸਮਝ ਲਓ ਜਾਂ ਸਾਨੂੰ ਉਹ ਕੈਦੀ ਮੰਨ ਕੇ ਫਾਂਸੀ ਨਾ ਦੇਣ ਕਿ ਇਹਨਾਂ ਨੂੰ ਫਾਂਸੀ ਦੇ ਦਿਓ, ਕਹਿੰਦੇ ਸਾਨੂੰ ਗੋਲੀਆਂ ਮਾਰ ਕੇ ਉਡਾ ਦੇ ਚਾਹੇ। ਮਤਲਬ ਬੜਾ ਵੱਡਾ ਜਿਗਰਾ ਸੀਗਾ ਇਹਨਾਂ ਦਾ। ਪ੍ਰਸ਼ਨ ਨੰਬਰ ਕੱਕਾ, ਅੰਗਰੇਜ਼ ਹਕੂਮਤ ਨੇ ਤਿੰਨਾਂ ਦੇਸ਼ ਭਗਤਾਂ ਨੂੰ ਕਦੋਂ ਫਾਂਸੀ ਦਿੱਤੀ? ਉੱਤਰ ਹੈ ਅੰਗਰੇਜ਼ ਹਕੂਮਤ ਨੇ ਤਿੰਨਾਂ ਦੇਸ਼ ਭਗਤਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਸੀ, ਇੱਕ ਦਿਨ ਪਹਿਲਾਂ ਹੀ। ਪ੍ਰਸ਼ਨ ਖੱਖਾ, ਭਗਤ ਸਿੰਘ ਨੇ ਫਾਂਸੀ ਤੋਂ ਕੁਝ ਦਿਨ ਪਹਿਲਾਂ ਕੀ ਵਿਚਾਰ ਪ੍ਰਗਟ ਕੀਤੇ ਸਨ? ਉੱਤਰ ਹੈ ਭਗਤ ਸਿੰਘ ਨੇ ਕਿਹਾ ਸੀ ਜਦੋਂ ਹਿੰਦੁਸਤਾਨੀ ਲੁੱਟ ਖਸੁੱਟ, ਬੇਇਨਸਾਫੀ, ਜਾਤ ਪਾਤ, ਨਾ ਬਰਾਬਰੀ, ਅੰਧ ਵਿਸ਼ਵਾਸ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਹੋ ਕੇ ਆਜ਼ਾਦੀ ਦਾ ਆਨੰਦ ਮਾਣਨ ਲੱਗ ਪੈਣਗੇ ਤਾਂ ਅਸੀਂ ਸਮਝਾਂਗੇ ਕਿ ਸਾਡੀ ਜ਼ਿੰਦਗੀ ਦਾ ਮੁੱਲ ਪੈ ਗਿਆ ਅਤੇ ਸਾਡੇ ਸੁਪਨੇ ਸਾਕਾਰ ਹੋ ਗਏ। ਉਸ ਟਾਈਮ ਬੇਟਾ ਜਿਹੜੀ ਇਹ ਫੋਟੋ ਸੀ ਆ ਤੁਸੀਂ ਦੇਖ ਸਕਦੇ ਹੋ, ਟੋਪੀ ਵਾਲੀ ਇਹ ਸੁਖਦੇਵ ਜੀ ਦੀ ਫੋਟੋ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਜਿਹੜੇ ਸਾਡੇ ਬਾਖਾਂ ਵਿੱਚ ਵਰਤੋਂ ਵਾਲੇ ਪ੍ਰਸ਼ਨ ਨੇ। ਸ਼ਹੀਦ ਜਾਨ ਦੀ ਕੁਰਬਾਨੀ ਕਰਨ ਵਾਲਾ, ਸਾਨੂੰ ਸ਼ਹੀਦਾਂ ਉੱਤੇ ਮਾਣ ਹੈ। ਹਾਣੀ ਬਰਾਬਰ ਦੀ ਉਮਰ ਦਾ ਸਾਥੀ, ਭਗਤ ਸਿੰਘ ਅਤੇ ਸੁਖਦੇਵ ਹਾਣੀ ਸਨ। ਸਾਂਝ ਹਿੱਸੇਦਾਰੀ, ਰਾਮ ਅਤੇ ਸ਼ਾਮ ਨੇ ਸਾਂਝ ਵਿੱਚ ਦੁਕਾਨ ਪਾਈ। ਫਾਂਸੀ ਫਾਹਾ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਕੁਰਬਾਨੀ ਜਾਨ ਵਾਰਨੀ, ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਅੰਤ ਦੇਸ਼ ਆਜ਼ਾਦ ਹੋ ਗਿਆ। ਲਾਠੀ ਚਾਰਜ, ਲਾਠੀਆਂ ਮਾਰਨੀਆਂ, ਲਾਠੀ ਚਾਰਜ ਦੌਰਾਨ ਲਾਲਾ ਜੀ ਸ਼ਹੀਦ ਹੋ ਗਏ। ਸੂਰਬੀਰ ਬਹਾਦਰ, ਸੂਰਬੀਰ ਤੋਂ ਭਾਵ ਹੁੰਦਾ ਹੈ ਬਹਾਦਰ। ਭਾਰਤ ਦਾ ਇਤਿਹਾਸ ਸੂਰਬੀਰਾਂ ਨਾਲ ਭਰਿਆ ਪਿਆ ਹੈ। ਸੋ ਇਹ ਬੇਟਾ ਤਿੰਨੇ ਤੁਸੀਂ ਸਾਡੇ ਜਿਹੜੇ ਮਹਾਨ ਸ਼ਹੀਦ ਨੇ ਉਹਨਾਂ ਦੀ ਫੋਟੋ ਵੇਖ ਸਕਦੇ ਹੋ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ। ਅਕਸਰ ਆਮ ਕਰਕੇ ਭਗਤ ਸਿੰਘ ਛੋਟੇ ਹੁੰਦਿਆਂ ਅਕਸਰ ਸੁਖਦੇਵ ਨੂੰ ਮਿਲਦਾ ਸੀ। ਔਖੇ ਸ਼ਬਦਾਂ ਦੇ ਅਰਥ, ਹਕੂਮਤ, ਰਾਜ, ਸ਼ਾਸਨ, ਸਲਤਨਤ, ਜ਼ੁਲਮ, ਅਤਿਆਚਾਰ, ਇਨਕਲਾਬ, ਕ੍ਰਾਂਤੀ, ਜਾਗਰੂਕ, ਜਾਗਣਾ, ਚੇਤਨ, ਮਨੋਰਥ, ਮੰਤਵ, ਇਰਾਦਾ, ਇੱਛਾ, ਮਕਸਦ, ਮਕਸਦ ਹੁੰਦਾ ਬੇਟਾ ਉਦੇਸ਼, ਮੰਤਵ, ਮਨਸੂਬਾ, ਇਰਾਦਾ। ਅੱਗੇ ਹੈ ਮੁਹਾਵਰਿਆਂ ਦੇ ਅਰਥ। ਸਾਇਆ ਸਿਰ ਤੋਂ ਉੱਠਣਾ, ਮਾਤਾ ਪਿਤਾ ਜਾਂ ਦੋਹਾਂ ਦੀ ਬਚਪਨ ਵਿੱਚ ਮੌਤ ਹੋ ਜਾਣੀ, ਜਾਂ ਮਾਤਾ ਦੀ ਜਾਂ ਪਿਤਾ ਦੀ ਜਾਂ ਦੋਨਾਂ ਦੀ। ਮਾਤਾ ਪਿਤਾ ਵਿੱਚੋਂ ਕਿਸੇ ਦੀ ਵੀ ਮੌਤ ਜਦੋਂ ਬੇਟਾ ਹੁੰਦੀ ਹੈ ਤਾਂ ਕਿਹਾ ਜਾਂਦਾ ਕਿ ਇਹਦੇ ਸਿਰ ਤੋਂ ਮਾਤਾ ਦਾ ਸਾਇਆ ਉੱਠ ਗਿਆ। ਜੇ ਪਿਤਾ ਦੀ ਮੌਤ ਹੁੰਦੀ ਆ ਤਾਂ ਪਿਤਾ ਦਾ ਸਾਇਆ ਉੱਠ ਗਿਆ। ਜੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਕਿਹਾ ਜਾਂਦਾ ਕਿ ਬਚਪਨ ਵਿੱਚ ਹੀ ਇਹਨਾਂ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ ਸੀ। ਫਾਂਸੀ ਦਾ ਰੱਸਾ ਚੁੰਮਣਾ, ਖੁਸ਼ੀ ਖੁਸ਼ੀ ਸ਼ਹੀਦ ਹੋਣਾ। ਹਾਹਾਕਾਰ ਮੱਚ ਜਾਣਾ, ਹਰ ਪਾਸੇ ਚੀਕ ਪੁਕਾਰ ਹੋਣਾ। ਸੁਪਨੇ ਸਾਕਾਰ ਹੋਣਾ, ਇੱਛਾ ਪੂਰੀ ਹੋਣਾ। ਸਿਰ ਝੁਕਾਉਣਾ, ਸਤਿਕਾਰ ਕਰਨਾ। ਹੁਣ ਬੇਟਾ ਅੱਗੇ ਹੈਗਾ ਸਮਝੋ ਅਤੇ ਠੀਕ ਮਿਲਾਨ ਕਰੋ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਇਹ ਕੌਣ ਨੇ? ਕੌਮ ਦੇ
ਸ਼ਹੀਦ। ਸਕਾਟ ਤੇ ਸਾਂਡਰਸ ਇਹ ਸਨ ਅੰਗਰੇਜ਼ ਅਫਸਰ। ਪਗੜੀ ਸੰਭਾਲ ਲਹਿਰ ਇਹ ਕਿਹਨਾਂ ਨੇ ਚਲਾਈ ਸੀ? ਸੁਖਦੇਵ ਦੇ ਤਾਇਆ ਜੀ ਅਤੇ ਜਿਹੜੇ ਸ਼ਹੀਦ ਹੁੰਦੇ ਨੇ ਲਾਠੀ ਚਾਰਜ ਨਾਲ, ਲਾਲਾ ਲਾਜਪਤ ਰਾਏ ਜੀ। ਪਗੜੀ ਸੰਭਾਲ ਕੀ ਹੈ ਬੇਟਾ? ਲਹਿਰ। ਸਾਈਮਨ ਕਮਿਸ਼ਨ ਗੋ ਬੈਕ ਇਹ ਕੀ ਸੀ? ਜਲੂਸ ਸੀ, ਜਲਸਾ, ਜਿਹਦੇ ਵਿੱਚ ਇਹ ਨਾਅਰੇ ਲਾਏ ਜਾ ਰਹੇ ਸੀ ਕਮਿਸ਼ਨ, ਸਾਈਮਨ ਕਮਿਸ਼ਨ ਤੋਂ ਵਾਪਸ ਚਲਾ ਜਾ। ਅੱਗੇ ਹੈਗਾ ਫਾਂਸੀ ਦਾ ਰੱਸਾ ਚੁੰਮਣਾ, ਹੱਸ ਕੇ ਮੌਤ ਕਬੂਲਣੀ, ਇਨਕਲਾਬ ਜਿੰਦਾਬਾਦ ਇਹ ਹੈਗਾ ਸੀ ਬੇਟਾ ਨਾਅਰਾ ਜਿਹੜੇ ਉਸ ਟਾਈਮ ਦੇ ਸਾਡੇ ਕ੍ਰਾਂਤੀਕਾਰੀ ਲਾਇਆ ਕਰਦੇ ਸੀ। ਵਿਆਕਰਨ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਨੂੰ ਜੋੜ ਕੇ ਜੋ ਸ਼ਬਦ ਬਣਦੇ ਹਨ ਉਹ ਸਮਾਸੀ ਸ਼ਬਦ ਕਹਾਉਂਦੇ ਹਨ, ਜਿਵੇਂ ਪਾਲਣ ਪੋਸ਼ਣ, ਵਿਚਾਰ ਵਟਾਂਦਰਾ, ਲੁੱਟ ਦੇ ਨਾਲ ਜਿਹੜਾ ਸ਼ਬਦ ਲੱਗਦਾ ਖਸੁੱਟ, ਜੰਗੀ ਕੈਦੀ। ਸੋ ਬੇਟਾ ਜਿਹੜੇ ਇਹ ਸ਼ਬਦ ਨੇ ਇਹਨਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ, ਜਿਹੜੇ ਮੂਲ ਸ਼ਬਦ ਦੇ ਨਾਲ ਲੱਗਦੇ ਨੇ। ਜਿਵੇਂ ਇੱਕ ਖਾਸ ਹੁੰਦਾ ਉਹਦੇ ਨਾਲ ਇੱਕ ਆਮ ਸ਼ਬਦ ਲੱਗ ਜੇ, ਬਟ ਉਹ ਜਿਹੜਾ ਆਮ ਸ਼ਬਦ ਹੁੰਦਾ ਬੇਟਾ ਉਹ ਖਾਸ ਸ਼ਬਦ ਦੀ ਖਾਸੀਅਤ ਵਧਾਉਂਦਾ। ਜਿਵੇਂ ਪਾਲਣ ਪੋਸ਼ਣ, ਪਾਲਣ ਦਾ ਭਾਵ ਉਦੋਂ ਸਪਸ਼ਟ ਹੁੰਦਾ ਇਹਦੀ ਪਾਲਣ ਦੇ ਨਾਲ ਬੋਲਦੇ ਪੋਸ਼ਣ ਇਹਦਾ ਭਾਵ ਹੁੰਦਾ ਕਿ ਕਿਸੇ ਦਾ ਚੰਗਾ ਪਾਲਣ ਪੋਸ਼ਣ ਹੋਇਆ। ਜਿਵੇਂ ਵਿਚਾਰ ਇਹਦੇ ਨਾਲ ਜਦੋਂ ਵਟਾਂਦਰਾ ਲਾ ਦਿੰਦੇ ਆ ਤਾਂ ਬਣ ਜਾਂਦਾ ਕਿ ਉੱਥੇ ਭਾਈ ਵਿਚਾਰ ਵਟਾਂਦਰਾ ਹੋ ਰਿਹਾ, ਗੱਲਬਾਤ ਹੋ ਰਹੀ ਆ। ਲੁੱਟ ਦੇ ਨਾਲ ਜੇ ਕਸੁੱਟ ਸ਼ਬਦ ਲੱਗ ਜਾਂਦਾ ਤਾਂ ਫਿਰ ਸਾਨੂੰ ਇਹ ਪਤਾ ਲੱਗਦਾ ਕਿ ਉੱਥੇ ਭਾਈ ਲੁੱਟ ਖਸੁੱਟ ਹੋ ਗਈ, ਚੋਰੀ ਹੋ ਗਈ। ਜੰਗੀ, ਜੰਗੀ ਦੇ ਨਾਲ ਜੇ ਲੱਗ ਜਾਂਦਾ ਕੈਦੀ ਤਾਂ ਪਤਾ ਲੱਗਦਾ ਕਿ ਜਿਹੜੇ ਕੈਦੀ ਜੰਗ ਦੇ ਵਿੱਚੋਂ ਫੜੇ ਗਏ ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੰਗੀ ਕੈਦੀ। ਸੋ ਇਹ ਸੀ ਬੇਟਾ ਵਿਆਕਰਨ ਭਾਗ। ਇਹ ਉੱਪਰ ਸਨ, ਠੀਕ ਮਿਲਾਨ ਕਰੋ ਮੁਹਾਵਰਿਆਂ ਦੇ ਅਰਥ, ਔਖੇ ਸ਼ਬਦਾਂ ਦੇ ਅਰਥ ਅਤੇ ਇਹ ਵਾਕਾਂ ਵਿੱਚ ਵਰਤੋਂ ਵਾਲੇ ਵਾਕ, ਅਤੇ ਉੱਪਰ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ। ਸੋ ਉਮੀਦ ਕਰਦੇ ਹਾਂ ਬੇਟਾ ਤੁਸੀਂ ਇਹ ਵੀਡੀਓ ਤੋਂ ਭਰਪੂਰ ਜਾਣਕਾਰੀ ਹਾਸਲ ਕੀਤੀ ਹੋਵੇਗੀ। ਸੋ ਇਸ ਚੈਪਟਰ ਨੂੰ ਹੋਰ ਸ਼ਬਦ ਭੰਡਾਰ ਵਿੱਚ ਵਾਧਾ ਕਰਨ ਲਈ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ ਹੈ। ਸੋ ਇਸ ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।